ਸਮੁੱਚੇ ਬ੍ਰਹਿਮੰਡ ਵਿੱਚ ਪੁਲਾੜ ਦੀ ਪਰੀ ਕਹੇ ਜਾਣ ਵਾਲੀ ਪਹਿਲੀ ਭਾਰਤੀ ਮੁਟਿਆਰ ਸੀ ਕਲਪਨਾ ਚਾਵਲਾ। ਬਚਪਨ ਤੋਂ ਹੀ ਪੱਕੇ ਇਰਾਦੇ ਵਾਲੀ ਕਲਪਨਾ ਚਾਵਲਾ ਦਾ ਜਨਮ 1 ਜੁਲਾਈ 1961 ਨੂੰ ਹਰਿਆਣਾ ਦੇ ਇੱਕ ਛੋਟੇ ਜਿਹੇ ਸ਼ਹਿਰ ਕਰਨਾਲ ਵਿਖੇ ਹੋਇਆ। ਉਸਦੇ ਪਿਤਾ ਜੀ ਦਾ ਨਾਂ ਬਨਾਰਸੀ ਲਾਲ ਸੀ ਤੇ ਮਾਤਾ ਜੀ ਦਾ ਨਾਂ ਸੰਯੁਕਤਾ ਸੀ। ਉਹ ਆਪਣੇ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ ਤੇ ਸਾਰੇ ਉਸਨੂੰ ਲਾਡ ਪਿਆਰ ਨਾਲ ਮੌਂਟੂ ਕਹਿੰਦੇ ਸੀ। ਕਲਪਨਾ ਦਾ ਮੁੱਢਲਾ ਸਮਾਂ ਕਰਨਾਲ ਮਾਡਲ ਟਾਊਨ ਵਾਲੇ ਘਰ ਵਿੱਚ ਹੀ ਬੀਤਿਆ। ਘਰ ਦੀ ਛੱਤ ਤੇ ਲੇਟੇ-ਲੇਟੇ ਉਹ ਚੰਨ ਤਾਰਿਆਂ ਦੀ ਰਹੱਸਮਈ ਦੁਨੀਆ ਬਾਰੇ ਸੋਚਦੀ ਰਹਿੰਦੀ। ਉਸਦਾ ਪਰਿਵਾਰ ਧਾਰਮਿਕ ਵਿਚਾਰਾਂ ਵਾਲਾ ਸੀ ਤੇ ਆਪਣੇ ਮਾਤਾ-ਪਿਤਾ ਦੇ ਵਿਚਾਰਾਂ ਦਾ ਉਸ ਉੱਤੇ ਇੰਨਾ ਪ੍ਰਭਾਵ ਸੀ ਕਿ ਉਹ ਸਾਰੀ ਉਮਰ ਸ਼ਾਕਾਹਾਰੀ ਰਹੀ। ਕਲਪਨਾ ਨੇ 4ਥੀ ਜਮਾਤ ਵਿੱਚ ਸਪੇਸ ਸ਼ਟਲ ਦਾ ਮਾਡਲ ਬਣਾਇਆ ਤੇ ਕਿਹਾ ਕਿ ਵੱਡੀ ਹੋ ਕੇ ਇਸੇ ਤਰ੍ਹਾਂ ਦੇ ਸਪੇਸ ਸ਼ਟਲ ਦੇ ਵਿੱਚ ਯਾਤਰਾ ਕਰੇਗੀ। ਉਸਨੇ 10ਵੀਂ ਦੀ ਪ੍ਰੀਖਿਆ ਟੈਗੋਰ ਬਾਲ ਨਿਕੇਤਨ ਸਕੂਲ ਕਰਨਾਲ ਤੋਂ ਪਾਸ ਕੀਤੀ। ਕਰਨਾਲ ਰਹਿ ਕੇ ਹੀ ਉਸਨੇ ਪ੍ਰੀ ਯੂਨੀਵਰਸਿਟੀ ਭਾਵ 11ਵੀਂ ਤੇ ਪ੍ਰੀ ਇੰਜੀਨੀਅਰਿੰਗ ਪਾਸ ਕੀਤੀ। ਇੱਥੇ ਹੀ ਉਸਨੇ ਫਲਾਈਂਗ ਕਲੱਬ ਦੀ ਮੈਂਬਰ ਬਣ ਕੇ ਪੁਸ਼ਪਕ ਵਿਮਾਨ ਉਡਾਉਣਾ ਤੇ ਗਲਾਈਡਿੰਗ ਕਰਨਾ ਸਿੱਖ ਲਿਆ ਸੀ। ਕਲਪਨਾ ਅਸਲ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨਾ ਚਾਹੁੰਦੀ ਸੀ ਤੇ ਪਿਤਾ ਆਪਣੀ ਬੇਟੀ ਨੂੰ ਅਧਿਆਪਕ ਜਾਂ ਫਿਰ ਡਾਕਟਰ ਬਣਾਉਣਾ ਚਾਹੁੰਦੇ ਸਨ। ਕਲਪਨਾ ਨੇ ਬੜੀ ਮੁਸ਼ਕਲ ਨਾਲ ਆਪਣੇ ਮਾਤਾ-ਪਿਤਾ ਨੂੰ ਰਾਜ਼ੀ ਕੀਤਾ। ਉਹ ਕਿਸੇ ਵੱਡੇ ਸੁਪਨੇ ਨੂੰ ਸਾਕਾਰ ਕਰਨ ਲਈ ਅੱਗੇ ਵਧ ਰਹੀ ਸੀ। ਉਹ ਸਪੇਸ ਇੰਜੀਨੀਅਰ ਬਣ ਕੇ ਹਵਾ ਵਿੱਚ ਉੱਡਣਾ ਚਾਹੁੰਦੀ ਸੀ ਤੇ ਪੁਲਾੜ ਵਿੱਚ ਜਾ ਕੇ ਚੰਨ ਤਾਰਿਆਂ ਦੇ ਰਹੱਸ ਨੂੰ ਜਾਣਨਾ ਚਾਹੁੰਦੀ ਸੀ। ਕਲਪਨਾ ਦੁੱਖ ਦਰਦ ਨੂੰ ਚੀਰ ਕੇ ਅੱਗੇ ਨਿਕਲਣਾ ਜਾਣਦੀ ਸੀ। 4 ਸਾਲ ਦੀ ਸਖਤ ਮਿਹਨਤ ਤੋਂ ਬਾਅਦ 1982 ਵਿੱਚ ਉਸਨੇ BE ਦੀ ਡਿਗਰੀ ਪਹਿਲੇ ਦਰਜੇ ਵਿੱਚ ਪਾਸ ਕੀਤੀ ਤੇ ਇੱਥੇ ਹੀ ਕੁਝ ਸਮਾਂ ਅਧਿਆਪਨ ਵੀ ਕਰਦੀ ਰਹੀ। ਪਰ ਕਲਪਨਾ ਦਾ ਮਕਸਦ ਕੁਝ ਹੋਰ ਹੀ ਸੀ। ਕਲਪਨਾ ਛੋਟੇ ਕੱਦ ਦੀ, ਉਤਸ਼ਾਹੀ, ਨਿਡਰ ਤੇ ਬਹੁਤ ਬਹਾਦਰ ਕੁੜੀ ਸੀ। ਉਹ ਦ੍ਰਿੜ ਇਰਾਦੇ ਵਾਲੀ, ਮਿਹਨਤੀ ਤੇ ਬਹੁਤ ਜਾਗਰੂਕ ਸੀ। ਉਹ ਮੁੰਡੇ ਕੁੜੀਆਂ ਦੇ ਵਿੱਚ ਭੇਦਭਾਵ ਕਰਨ ਨੂੰ ਚੰਗਾ ਨਹੀਂ ਸਮਝਦੀ ਸੀ ਤੇ ਉਹਨਾਂ ਲੋਕਾਂ ਨੂੰ ਨਫ਼ਰਤ ਕਰਦੀ ਸੀ ਜੋ ਆਪਣੀਆਂ ਧੀਆਂ ਨੂੰ ਕਾਲਜ ਭੇਜਣ ਤੋਂ ਇਨਕਾਰ ਕਰਦੇ ਸੀ। ਉਹ ਸੋਚਦੀ ਸੀ ਕਿ ਔਰਤ ਸਿਰਫ ਘਰ ਦੀ 4 ਦੀਵਾਰੀ ਵਿੱਚ ਕੈਦ ਹੋ ਕੇ ਹੀ ਨਾ ਰਹਿ ਜਾਵੇ। ਉਸ ਨੂੰ ਘਰ ਤੋਂ ਬਾਹਰ ਆ ਕੇ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਔਰਤ ਪੜ੍ਹੇਗੀ ਨਹੀਂ ਤਾਂ ਸਮਾਜ ਵਿੱਚ ਤਬਦੀਲੀ ਕਿਵੇਂ ਹੋਵੇਗੀ? 1982 ਵਿੱਚ ਅਮਰੀਕਾ ਦੀ ਟੈਕਸਸ ਯੂਨੀਵਰਸਿਟੀ ਨੇ ਉਸ ਨੂੰ ਮਾਸਟਰ ਇਨ ਐਰੋਨੌਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਲਈ ਚੁਣ ਲਿਆ। ਪਰ ਮਾਤਾ-ਪਿਤਾ ਉਸ ਨੂੰ ਅਮਰੀਕਾ ਨਹੀਂ ਭੇਜਣਾ ਚਾਹੁੰਦੇ ਸਨ। ਇਸ ਵਾਰ ਕਲਪਨਾ ਨੇ ਬੜੀ ਜੱਦੋ-ਜਹਿਦ ਕਰਕੇ ਆਪਣੇ ਮਾਤਾ-ਪਿਤਾ ਨੂੰ ਰਾਜ਼ੀ ਕੀਤਾ ਤੇ 1982 ਵਿੱਚ ਉਹ ਅਮਰੀਕਾ ਚਲੀ ਗਈ। ਯੂਨੀਵਰਸਿਟੀ ਆਫ ਟੈਕਸਸ ਤੋਂ ਏਰੋਸਪੇਸ ਇੰਜੀਨੀਅਰਿੰਗ ਦੀ SS ਦੀ ਪੜ੍ਹਾਈ 1984 ਵਿੱਚ ਪੂਰੀ ਕੀਤੀ ਤੇ ਫਿਰ ਯੂਨੀਵਰਸਿਟੀ ਆਫ ਕੋਲੋਰਾਡੋ ਬੋਲਦਰ ਤੋਂ 1988 ਦੇ ਵਿੱਚ ਦੂਜੀ ਮਾਸਟਰ ਡਿਗਰੀ ਤੇ PhD ਦੀ ਡਿਗਰੀ ਪ੍ਰਾਪਤ ਕੀਤੀ। ਇਸੇ ਦੌਰਾਨ ਉਸ ਦੀ ਮਿੱਤਰਤਾ ਇੱਕ ਫਲਾਈਂਗ ਇੰਸਟ੍ਰਕਟਰ ਫਰਾਂਸੀਸੀ ਨੌਜਵਾਨ ਜੀਨ ਪੀਅਰ ਹੈਰੀਸਨ ਦੇ ਨਾਲ ਹੋਈ ਜੋ ਕਾਫੀ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਹ ਕਿੱਤੇ ਵਜੋਂ ਅਤੇ ਰੁਚੀਆਂ ਇੱਕੋ ਜਿਹੀਆਂ ਹੋਣ ਕਰਕੇ ਇਹ ਸੰਬੰਧ ਵਿਆਹ ਵਿੱਚ ਤਬਦੀਲ ਹੋ ਗਏ। ਸੰਨ 1988 ਵਿੱਚ ਕਲਪਨਾ ਨੇ ਦ ਨੈਸ਼ਨਲ ਐਰੋਨੌਟਿਕਲ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਭਾਵ ਨਾਸਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਇਸ ਨੂੰ ਸਾਰੇ KC ਕਹਿ ਕੇ ਬੁਲਾਉਂਦੇ ਸਨ। ਨਾਸਾ ਵਿੱਚ ਰਹਿ ਕੇ ਉਸਨੇ ਏਰੋਸਪੇਸ ਦੇ ਨਾਲ ਸੰਬੰਧਿਤ ਕਈ ਡਿਗਰੀਆਂ ਹਾਸਲ ਕਰ ਲਈਆਂ ਸਨ ਤੇ ਉਹ ਇੱਕ ਖੋਜ ਵਿਗਿਆਨੀ ਦੇ ਤੌਰ ਤੇ ਬਹੁਤ ਮਿਹਨਤ ਨਾਲ ਕੰਮ ਕਰ ਰਹੀ ਸੀ। ਇਸ ਤਰ੍ਹਾਂ 1995 ਤੱਕ ਨਾਸਾ ਦੇ ਐਸਟਰੋਨੌਟ ਕੋਰਪਸ ਦਾ ਬਹੁਤ ਮਹੱਤਵਪੂਰਨ ਹਿੱਸਾ ਬਣ ਚੁੱਕੀ ਸੀ। ਇੰਨੀ ਲਗਨ ਤੇ ਮਿਹਨਤ ਕਰਕੇ ਆਖਿਰ ਕਲਪਨਾ ਦਾ ਪੁਲਾੜ ਭਾਵ ਅੰਤਰਿਕਸ਼ ਵਿੱਚ ਜਾਣ ਦਾ ਸੁਪਨਾ ਸਾਕਾਰ ਹੋਇਆ ਤੇ ਪਹਿਲੀ ਵਾਰ ਉਹ 19 ਨਵੰਬਰ 1997 ਨੂੰ ਮਿਸ਼ਨ STS-87 ਤੇ ਜਾਣ ਦੇ ਲਈ ਤਿਆਰ ਸੀ। ਇਸ ਮਿਸ਼ਨ ਦਾ ਉਦੇਸ਼ ਪੁਲਾੜ ਭਾਵ ਅੰਤਰਿਕਸ਼ ਵਿੱਚ
ਇੱਕ ਸਪਾਰਟਨ ਸੈਟੇਲਾਈਟ ਨੂੰ ਗ੍ਰਹਿਪੰਧ ਭਾਵ ਆਰਬਿਟ ਤੇ ਪਾਉਣਾ ਸੀ। ਆਪਣੀ ਇਸ ਅੰਤਰਿਕਸ਼ ਯਾਤਰਾ ਦੇ ਦੌਰਾਨ ਕਲਪਨਾ ਚਾਵਲਾ ਬਹੁਤ ਖੁਸ਼ ਸੀ। ਉਸਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਨਾਲ ਗੱਲਬਾਤ ਕੀਤੀ ਤੇ ਭਾਰਤੀ ਨਾਗਰਿਕਾਂ ਨੂੰ ਸੰਦੇਸ਼ ਦਿੱਤਾ ਕਿ ਕਾਮਯਾਬੀ ਹਾਸਲ ਕਰਨ ਦੇ ਲਈ ਹਮੇਸ਼ਾ ਲਗਨ ਦੇ ਨਾਲ ਸਮਰਪਿਤ ਹੋ ਕੇ ਕੰਮ ਕਰਨਾ ਚਾਹੀਦਾ ਹੈ। ਪਹਿਲੇ ਮਿਸ਼ਨ ਦੀ ਸਫਲਤਾ ਤੋਂ ਬਾਅਦ ਕਲਪਨਾ 16 ਜਨਵਰੀ 2003 ਨੂੰ ਦੂਜੀ ਵਾਰ ਮਿਸ਼ਨ STS 107 ਦੇ ਕੰਮ ਨੂੰ ਪੂਰਾ ਕਰਨ ਲਈ 6 ਹੋਰ ਵਿਗਿਆਨੀਆਂ ਸਮੇਤ ਮਨੁੱਖੀ ਸਰੀਰ ਦੇ ਉੱਤੇ ਅੰਤਰਿਕਸ਼ ਦੇ ਪ੍ਰਭਾਵ ਤੇ ਬ੍ਰਹਿਮੰਡ ਦੇ ਹੋਰ ਰਹੱਸਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕੋਲੰਬੀਆ ਨਾਂ ਦੇ ਪੁਲਾੜੀ ਜਹਾਜ਼ ਵਿੱਚ ਅੰਤਰਿਕਸ਼ ਵਿੱਚ ਪਹੁੰਚੀ। 16 ਦਿਨ ਪੁਲਾੜ ਵਿੱਚ ਰਹਿਣ ਤੋਂ ਬਾਅਦ 1 ਫਰਵਰੀ 2003 ਨੂੰ ਜਦੋਂ ਮਿਸ਼ਨ ਦੇ ਸਾਰੇ ਕੰਮ ਪੂਰੇ ਕਰਕੇ ਉਹ ਧਰਤੀ ਵੱਲ ਪਰਤ ਰਹੇ ਸਨ ਤਾਂ ਆਖਰੀ 16 ਮਿੰਟ ਬਹੁਤ ਘਾਤਕ ਸਿੱਧ ਹੋਏ। ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਭ ਠੀਕ ਠਾਕ ਲੱਗ ਰਿਹਾ ਸੀ, ਪਰ ਅਚਾਨਕ ਇਹ ਕੀ ਹੋਇਆ, ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਜਹਾਜ਼ ਦਾ ਤਾਪਮਾਨ ਤੇ ਗਤੀ ਧਰਤੀ ਦੀ ਗੁਰੂਤਾ ਸ਼ਕਤੀ ਦੇ ਕਾਰਨ ਬਹੁਤ ਵੱਧ ਚੁੱਕੇ ਸਨ। ਰਫ਼ਤਾਰ ਵਿੱਚ ਆਈ ਤੇਜ਼ੀ ਦੇ ਕਾਰਨ ਕਲਪਨਾ ਚਾਵਲਾ ਤੇ ਉਸਦੇ ਸਾਥੀ ਬਹੁਤ ਪਰੇਸ਼ਾਨ ਸਨ। ਇੱਕ ਬਹੁਤ ਵੱਡੀ ਦੁਰਘਟਨਾ ਹੋਣ ਦੇ ਆਸਾਰ ਸਨ। ਅਚਾਨਕ ਇੱਕ ਧਮਾਕੇ ਨਾਲ ਇਹ ਪੁਲਾੜੀ ਜਹਾਜ਼ ਤਬਾਹ ਹੋ ਗਿਆ ਤੇ ਇਸ ਦੇ ਨਾਲ ਹੀ ਕਲਪਨਾ ਚਾਵਲਾ ਤੇ ਉਸਦੇ 6 ਹੋਰ ਸਾਥੀ ਪੁਲਾੜ ਦੇ ਵਿੱਚ ਸਦਾ ਲਈ ਅਭੇਦ ਹੋ ਗਏ। ਵੇਖਦੇ ਹੀ ਵੇਖਦੇ ਖੁਸ਼ੀ ਦਾ ਮਾਹੌਲ ਗਮ ਵਿੱਚ ਬਦਲ ਚੁੱਕਾ ਸੀ। ਅਮਰੀਕਾ ਨੇ ਅਫਸੋਸ ਵਿੱਚ ਆਪਣਾ ਝੰਡਾ ਝੁਕਾ ਦਿੱਤਾ ਸੀ। ਪਰਿਵਾਰ ਦੇ ਲਈ ਇਹ ਸਦਮਾ ਬਹੁਤ ਅਸਹਿ ਸੀ। ਪੂਰਾ ਸੰਸਾਰ ਇਸ ਹਾਦਸੇ ਦੇ ਨਾਲ ਗਮਗੀਨ ਸੀ। ਕੋਲੰਬੀਆ ਯਾਨ ਦਾ ਮਲਬਾ ਟੈਕਸਸ ਦੇ ਵਿੱਚ ਫੈਲ ਚੁੱਕਾ ਸੀ, ਪਰ ਕਲਪਨਾ ਚਾਵਲਾ ਬ੍ਰਹਿਮੰਡ ਵਿੱਚ ਇੱਕ ਚਮਕਦੇ ਸਿਤਾਰੇ ਵਾਂਗ ਸਦਾ ਅਮਰ ਰਹੇਗੀ। ਕਲਪਨਾ ਚਾਵਲਾ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਇੱਕ ਸਧਾਰਨ ਪਰਿਵਾਰ ਦੇ ਵਿੱਚ ਤੇ ਛੋਟੇ ਜਿਹੇ ਸ਼ਹਿਰ ਦੇ ਵਿੱਚ ਜਨਮ ਲੈ ਕੇ ਵੀ ਕਲਪਨਾ ਚਾਵਲਾ ਨੇ ਆਪਣੀ ਮਿਹਨਤ, ਲਗਨ ਤੇ ਦ੍ਰਿੜ ਇਰਾਦੇ ਸਦਕਾ ਤਰੱਕੀ ਦੇ ਸਿਖਰ ਨੂੰ ਛੂਹਿਆ। ਵਿਰੋਧੀ ਸਮਾਜਿਕ ਹਾਲਾਤ ਦੇ ਬਾਵਜੂਦ ਉਸਨੇ ਹਾਰ ਨਹੀਂ ਮੰਨੀ। ਬਚਪਨ ਵਿੱਚ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਨਾਸਾ ਤੋਂ ਹੁੰਦੀ ਹੋਈ ਪੁਲਾੜ ਵਿੱਚ ਪਹੁੰਚ ਗਈ। ਉਸਨੇ ਸਾਰੀ ਦੁਨੀਆ ਸਾਹਮਣੇ ਸਿੱਧ ਕਰ ਦਿੱਤਾ ਕਿ ਦ੍ਰਿੜ ਇਰਾਦੇ ਨਾਲ ਜੀਵਨ ਦੇ ਕਿਸੇ ਵੀ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਧੰਨਵਾਦ।